ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੇਸ਼ ਵਿਦੇਸ਼ ਦੀਆਂ ਖਬਰਾਂ ਲੈ ਕੇ ਮੈਂ ਹਾਂ ਗੁਰਵਿੰਦਰ ਸੰਧੂ। ਮਾਰਦੇ ਨਜ਼ਰ ਹੁਣ ਤੱਕ ਦੀਆਂ ਸੁਰਖੀਆਂ ਤੇ। ਮੋਦੀ ਨੇ ਸੰਭਾਲੀ ਕਮਾਨ, ਜਲਦੀ ਹੋਵੇਗਾ ਖੇਤੀ ਕਾਨੂੰਨਾਂ ਦਾ ਹੱਲ, ਜਾਗੀ ਉਮੀਦ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਏ ਸ਼੍ਰੀ ਰਕਾਬਗੰਜ ਸਾਹਿਬ ਨਤਮਸਤਕ। ਪ੍ਰਧਾਨ ਮੰਤਰੀ ਦੀ ਅਚਾਨਕ ਫੇਰੀ ਤੇ ਖੜੇ ਹੋ ਰਹੇ ਸਵਾਲ। किसानी संघर्ष ਨੂੰ ਕੁਚਲਣ ਲਈ ਕੇਂਦਰ ਦਾ ਇੱਕ ਹੋਰ ਪੈਂਤੜਾ। किसान ਜਥੇਬੰਦੀਆਂ ਨੂੰ ਬਣਾਇਆ ਗਿਆ ਨਿਸ਼ਾਨਾ। 2 ਲੱਖ ਕਿਸਾਨਾਂ ਨਾਲ ਮੋਦੀ ਦਾ ਸਾਥੀ ਕਰੇਗਾ ਦਿੱਲੀ ਵੱਲ ਕੂਚ। ਘਬਰਾਈ ਮੋਦੀ ਸਰਕਾਰ, ਹਨੂਮਾਨ ਬੇਨੀਵਾਲ ਦਾ ਵੱਡਾ ਐਲਾਨ। ਸੋਸ਼ਲ ਮੀਡੀਆ ਤੇ ਇੱਕ ਵਾਰ ਫਿਰ ਦਿਲਜੀਤ ਦੋਸਾਂਝ ਦੀ ਆਡੀਓ ਨੂੰ ਲੈ ਕੇ ਮਚਿਆ ਹੜਕੰਪ। ਪਾਇਲ ਰਸਤੋਗੀ ਨੇ ਦਿਲਜੀਤ ਦੋਸਾਂਝ ਲਈ ਵਰਤੀ ਭੱਦੀ ਸ਼ਬਦਾਵਲੀ। ਹੁਣ ਖਬਰਾਂ ਵਿਸਥਾਰ ਨਾਲ। ਖੇਤੀ ਕਾਨੂੰਨਾਂ ਖਿਲਾਫ ਡਟੇ ਕਿਸਾਨਾਂ ਨੂੰ ਅੱਜ ਕਰੀਬ 25 ਦਿਨ ਪੂਰੇ ਹੋ ਚੁੱਕੇ ਨੇ, ਪਰ ਹੁਣ ਤੱਕ ਇਸ ਮਸਲੇ ਦਾ ਹੱਲ ਨਿਕਲਦਾ ਨਹੀਂ ਜਾਪ ਰਿਹਾ। ਬੀਤੇ ਸ਼ਨੀਵਾਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਗੱਲਬਾਤ ਕੀਤੀ ਅਤੇ ਲੰਮੀ ਚੱਲੀ ਚਰਚਾ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਕਿਸਾਨੀ ਸੰਘਰਸ਼ ਜਲਦੀ ਖਤਮ ਹੋ ਜਾਵੇਗਾ, ਜਿਸ ਲਈ ਕੇਂਦਰ ਸਰਕਾਰ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਕਾਰ ਰੇੜਕਾ ਲਗਾਤਾਰ ਬਰਕਰਾਰ ਹੈ। ਜਿੱਥੇ ਇੱਕ ਪਾਸੇ ਕਿਸਾਨ ਮੰਗ ਕਰ ਰਹੇ ਨੇ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ, ਤਾਂ ਉੱਥੇ ਹੀ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਲਈ ਨਵੀਂ ਵਿਉਂਤਬੰਦੀ ਘੜ ਰਹੀ ਹੈ। ਕੇਂਦਰ ਤੇ ਕਿਸਾਨਾਂ ਵਿਚਾਲੇ ਖੇਤੀ ਕਾਨੂੰਨਾਂ ਦੇ ਮੁੱਦੇ ਤੇ 5 ਵਾਰ ਗੱਲਬਾਤ ਹੋ ਚੁੱਕੀ ਹੈ, ਪਰ ਕੋਈ ਵੀ ਹੁਣ ਤੱਕ ਹੱਲ ਨਹੀਂ ਨਿਕਲ ਸਕਿਆ। ਪਰ ਹੁਣ ਕੇਂਦਰ ਸਰਕਾਰ ਦੀ ਕੋਸ਼ਿਸ਼ ਹੈ ਕਿ ਨਵੇਂ ਸਾਲ ਤੋਂ ਪਹਿਲਾਂ ਇਹ ਰੇੜਕਾ ਖਤਮ ਕੀਤਾ ਜਾ ਸਕੇ, ਜਿਸ ਲਈ ਕੇਂਦਰ ਨੇ ਵੱਡੇ ਪੱਧਰ ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਨਤਮਸਤਕ ਹੋਣ ਪਹੁੰਚੇ ਤਾਂ ਅਮਿਤ ਸ਼ਾਹ ਨੇ ਕਿਸਾਨਾਂ ਘਰ ਲੰਗਰ ਛਕਿਆ। ਖਬਰ ਹੈ ਕਿ ਸਰਕਾਰ ਕਿਸਾਨਾਂ ਦੇ 37 ਖਦਸ਼ਿਆਂ ਤੇ ਵਿਚਾਰ ਕਰ ਰਹੀ ਹੈ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਇਤਰਾਜ਼ਾਂ ਤੇ ਕੋਈ ਨਾ ਕੋਈ ਨਵਾਂ ਹੱਲ ਨਿਕਲ ਸਕੇ। ਉਮੀਦ ਹੈ ਕਿ ਇਸ ਦੀ ਪੂਰੀ ਤਿਆਰੀ 1-2 ਦਿਨ ਵਿੱਚ ਪੂਰੀ ਹੋ ਜਾਵੇਗੀ ਤੇ 1 ਹਫ਼ਤੇ ਦੇ ਅੰਦਰ ਸਰਕਾਰ ਕਿਸਾਨਾਂ ਨੂੰ ਅਗਲੇ ਦੌਰ ਦੀ ਗੱਲਬਾਤ ਲਈ ਸੱਦਾ ਪੱਤਰ ਭੇਜ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਨੇ ਕਿਹਾ ਹੈ ਕਿ ਉਹ ਹੁਣ ਉਦੋਂ ਹੀ ਗੱਲ ਕਰਨਗੇ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨਾਲ ਗੱਲਬਾਤ ਕਰਨ ਆਉਣਗੇ। ਦੂਜਾ, ਕੇਂਦਰ ਅਜੇ ਵੀ ਇਸ ਗੱਲ ਤੇ ਅੜਿਆ ਹੈ ਕਿ ਉਹ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਦੇ ਖਦਸ਼ੇ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਦਕਿ ਕਿਸਾਨ ਇਹਨਾਂ ਕਾਨੂੰਨਾਂ ਨੂੰ ਸਿਰੇ ਤੋਂ ਖਾਰਜ ਕਰਨ ਦੀ ਮੰਗ ਕਰ ਰਹੇ ਨੇ। ਬੀਤੇ ਸ਼ਨੀਵਾਰ ਸ਼ਾਮ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਿੱਲੀ 'ਚ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਕਿਸਾਨੀ ਅੰਦੋਲਨ ਤੇ ਕਰੀਬ ਪੌਣਾ ਘੰਟਾ ਗੱਲਬਾਤ ਕੀਤੀ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਆਪਣਾ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਕਾਨੂੰਨਾਂ ਤੇ ਕਿਸਾਨਾਂ ਨੇ ਜੋ ਖਦਸ਼ੇ ਜਤਾਏ ਨੇ, ਉਸ ਤੇ ਸਰਕਾਰ ਨੇ ਜੋ ਆਫਰ ਦਿੱਤਾ ਸੀ ਉਸ ਵਿੱਚ ਕੁਝ ਨਵਾਂ ਜੋੜ ਕੇ ਉਹਨਾਂ ਨੂੰ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਰਕਾਰ ਚਾਹੁੰਦੀ ਹੈ ਕਿ ਕਿਸਾਨਾਂ ਦੀਆਂ ਜ਼ਿਆਦਾ ਤੋਂ ਜ਼ਿਆਦਾ ਇਤਰਾਜ਼ ਦੂਰ ਕੀਤੇ ਜਾ ਸਕਣ, ਜਿਸ ਨਾਲ ਕੋਈ ਵਿੱਚ ਦਾ ਹੱਲ ਨਿਕਲ ਸਕੇ। ਜੇਕਰ ਕਿਸਾਨ ਗੱਲਬਾਤ ਕਰਨ ਲਈ ਤਿਆਰ ਹੁੰਦੇ ਨੇ ਤਾਂ ਸਰਕਾਰ ਉਹਨਾਂ ਨਾਲ ਨਵੇਂ ਸਿਰੇ ਤੋਂ ਗੱਲਬਾਤ ਕਰੇਗੀ। ਉਧਰ ਕਿਸਾਨਾਂ ਨੂੰ ਅੰਨਦਾਤਾ ਕਹਿ ਕੇ ਲਗਾਤਾਰ ਗੱਲਬਾਤ ਲਈ ਕੇਂਦਰ ਸਰਕਾਰ ਸੱਦਾ ਪੱਤਰ ਭੇਜ ਰਹੀ ਹੈ, ਤਾਂ ਦੂਜੇ ਪਾਸੇ ਕਿਸਾਨੀ ਸੰਘਰਸ਼ ਨੂੰ ਕੁਚਲਣ ਲਈ ਵੀ ਤਰ੍ਹਾਂ ਦੇ ਪੈਂਤੜੇ ਖੇਡੇ ਜਾ ਰਹੇ ਨੇ। ਹੁਣ ਵਿਦੇਸ਼ਾਂ ਤੋਂ ਪੰਜਾਬੀਆਂ ਵੱਲੋਂ ਕੀਤੀ ਜਾ ਰਹੀ ਹਿਮਾਇਤ ਤੋਂ ਮੋਦੀ ਸਰਕਾਰ ਘਬਰਾ ਗਈ ਹੈ ਤੇ ਇੱਕ ਨਵੀਂ ਵਿਉਂਤਬੰਦੀ ਘੜੀ ਜਾ ਰਹੀ ਹੈ। ਕਿਸਾਨੀ ਸੰਘਰਸ਼ ਨੂੰ ਕੁਚਲਣ ਲਈ ਕੇਂਦਰ ਸਰਕਾਰ ਇੱਕ ਤੋਂ ਬਾਅਦ ਇੱਕ ਯਤਨ ਕਰ ਰਹੀ ਹੈ। ਸਰਕਾਰ ਨੇ ਕਿਸਾਨੀ ਅੰਦੋਲਨ ਨੂੰ ਠੱਲਣ ਲਈ ਪੂਰੀ ਤਾਕਤ ਲਗਾ ਦਿੱਤੀ ਹੈ, ਪਰ ਕਿਸਾਨੀ ਸੰਘਰਸ਼ ਬਦਸਤੂਰ ਜਾਰੀ ਹੈ। ਕਿਸਾਨਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ 3 ਖੇਤੀ ਕਾਨੂੰਨ ਪੂਰੀ ਤਰ੍ਹਾਂ ਵਾਪਸ ਲਏ ਜਾਣ, ਤਾਂ ਹੀ ਇਹ ਸੰਘਰਸ਼ ਖਤਮ ਕੀਤਾ ਜਾਵੇਗਾ। ਬੇਸ਼ੱਕ ਇੱਕ ਪਾਸੇ ਕਿਸਾਨਾਂ ਨੂੰ ਦੇਸ਼ ਦਾ ਅੰਨਦਾਤਾ ਕਹਿ ਕੇ ਗੱਲਬਾਤ ਦਾ ਸੱਦਾ ਭੇਜਿਆ ਜਾ ਰਿਹਾ ਹੈ,
ਪਰ ਦੂਜੇ ਪਾਸੇ ਕਿਸਾਨਾਂ ਦੇ ਹੌਸਲੇ ਪਸਤ ਕਰਨ ਲਈ ਸਰਕਾਰ ਪੂਰੀ ਵਾਹ ਲਗਾ ਰਹੀ ਹੈ। ਪਹਿਲਾਂ ਪੰਜਾਬ ਦੇ ਆੜ੍ਹਤੀਆਂ ਤੇ ਛਾਪੇਮਾਰੀ, ਹੁਣ ਕਿਸਾਨ ਆਗੂਆਂ ਨੂੰ ਵਿਦੇਸ਼ਾਂ ਵਿੱਚੋਂ ਮਿਲ ਰਹੇ ਫੰਡਾਂ ਤੇ ਸ਼ਿਕੰਜਾ ਕੱਸਣ ਲਈ ਸਰਕਾਰ ਨੇ ਖੁੱਲ੍ਹ ਕੇ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਕਿਸਾਨੀ ਸੰਘਰਸ਼ ਨੂੰ ਵਿਦੇਸ਼ਾਂ ਵਿੱਚ ਬੈਠੇ NRIs ਵੱਲੋਂ ਪੂਰਾ ਸਮਰਥਨ ਕੀਤਾ ਜਾ ਰਿਹਾ ਹੈ ਤੇ ਬਾਹਰਲਿਆਂ ਪੰਜਾਬੀਆਂ ਨੇ ਦਿਲ ਖੋਲ੍ਹ ਕੇ ਫੰਡ ਦਿੱਤੇ ਨੇ, ਜਿਸ ਤੋਂ ਮੋਦੀ ਸਰਕਾਰ ਘਬਰਾ ਗਈ ਤੇ ਕਿਸਾਨ ਜਥੇਬੰਦੀਆਂ ਤੇ ਕਾਰਵਾਈ ਲਈ ਵਿਉਂਤਬੰਦੀ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੂੰ ਬੈਂਕ ਦੇ ਅਧਿਕਾਰੀਆਂ ਨੇ ਸੂਚਿਤ ਕੀਤਾ ਹੈ ਕਿ ਵਿਦੇਸ਼ਾਂ 'ਚੋਂ ਚੰਦਾ ਲੈਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਪ੍ਰਵਾਨਗੀ ਨਾ ਹੋਣ ਕਾਰਨ ਵਿਦੇਸ਼ੀ ਫੰਡ ਰੈਗੂਲੇਸ਼ਨ ਕਾਨੂੰਨ FCRA ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ। ਬੈਂਕ ਅਧਿਕਾਰੀਆਂ ਮੁਤਾਬਿਕ ਭਾਰਤ ਵਿਚਲੀ ਕਿਸੇ ਵੀ ਜਥੇਬੰਦੀ ਦਾ ਗੈਰ ਸਰਕਾਰੀ ਸੰਸਥਾ ਨੂੰ ਜੇਕਰ ਵਿਦੇਸ਼ ਤੋਂ ਚੰਦਾ ਮਿਲਦਾ ਹੈ ਤਾਂ ਸੰਬੰਧਤ ਜਥੇਬੰਦੀ ਦੀ SCRA ਤਹਿਤ ਗ੍ਰਹਿ ਮੰਤਰਾਲੇ ਕੋਲ ਰਜਿਸਟ੍ਰੇਸ਼ਨ ਹੋਣਾ ਲਾਜ਼ਮੀ ਹੈ। ਤੁਹਾਨੂੰ ਦੱਸ ਦਈਏ ਕਿ ਇਹ ਕੋਈ ਨਵਾਂ ਪੈਂਤੜਾ ਨਹੀਂ, ਲਗਾਤਾਰ ਕਿਸਾਨੀ ਸੰਘਰਸ਼ ਨੂੰ ਕੁਚਲਣ ਲਈ ਸਰਕਾਰ ਨਵੇਂ-ਨਵੇਂ ਪੈਂਤੜੇ ਖੇਡ ਰਹੀ ਹੈ, ਪਰ ਹੁਣ ਤੱਕ ਸਰਕਾਰ ਦੇ ਸਾਰੇ ਹੱਥਕੰਡੇ ਫੇਲ ਸਾਬਿਤ ਹੋਏ ਨੇ ਤੇ ਦਿਨੋਂ ਦਿਨ ਕਿਸਾਨੀ ਸੰਘਰਸ਼ ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਹੈ, ਜਿਸ ਦੇ ਚੱਲਦੇ ਸਰਕਾਰ ਘਬਰਾਹਟ ਵਿੱਚ ਫੈਸਲੇ ਲੈ ਰਹੀ ਹੈ ਪਰ ਕੋਈ ਵੀ ਠੋਸ ਹੱਲ ਤੱਕ ਨਹੀਂ ਪਹੁੰਚ ਸਕੀ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਅੰਦੋਲਨ ਸਰਕਾਰ ਨੂੰ ਕੀ ਆਪਣੇ ਪੈਰ ਪਿੱਛੇ ਖਿੱਚਣ ਲਈ ਮਜਬੂਰ ਕਰੇਗਾ ਜਾਂ ਨਹੀਂ। ਕਿਸਾਨੀ ਸੰਘਰਸ਼ ਦੇ ਚੱਲਦੇ ਜਿੱਥੇ ਇੱਕ ਪਾਸੇ ਲੱਖਾਂ ਦੀ ਤਾਦਾਦ 'ਚ ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ਦੇ ਉੱਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਿੱਚ ਲੱਗੇ ਹੋਏ ਨੇ, ਉੱਥੇ ਹੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਨਤਮਸਤਕ ਹੋਣ ਪਹੁੰਚੇ, ਜਿੱਥੇ ਉਹਨਾਂ ਦੀ ਫੇਰੀ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ। ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ਦੇ ਉੱਤੇ ਜਿੱਥੇ ਕਿਸਾਨ ਲਗਾਤਾਰ ਡਟੇ ਹੋਏ ਨੇ, ਉੱਥੇ ਇਹ ਤਸਵੀਰ ਜਿਹੜੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਤਮਸਤਕ ਹੋਣ ਲਈ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਪਹੁੰਚੇ ਨੇ। ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ। ਤਸਵੀਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੇ ਜੋ ਨਤਮਸਤਕ ਹੋਣ ਲਈ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਪਹੁੰਚੇ ਨੇ। ਇੱਕ ਪਾਸੇ ਕਿਸਾਨੀ ਸੰਘਰਸ਼ ਲਗਾਤਾਰ ਜਾਰੀ ਹੈ ਤਾਂ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਪਹੁੰਚੇ ਨੇ, ਜਿੱਥੇ ਉਹ ਨਤਮਸਤਕ ਹੋ ਰਹੇ ਨੇ। ਤਸਵੀਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੇ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ। ਲਗਾਤਾਰ ਇੱਕ ਪਾਸੇ ਕਿਸਾਨੀ ਸੰਘਰਸ਼ ਜਾਰੀ ਹੈ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਪਹੁੰਚੇ ਨੇ। ਅਚਾਨਕ ਪਹੁੰਚੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ। ਤੁਹਾਨੂੰ ਦੱਸ ਦਿੰਨੇ ਆ, ਸਿੱਖ ਕੌਮ ਦੇ 9ਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਹੈ ਤੇ ਇਸ ਮੌਕੇ ਅੱਜ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੇ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਵਿੱਚ ਨਤਮਸਤਕ ਹੋਣ ਲਈ ਅਚਾਨਕ ਪਹੁੰਚਦੇ ਨੇ। ਨਤਮਸਤਕ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਟਵੀਟ ਕਰਦੇ ਨੇ, ਜਿਸ ਵਿੱਚ ਉਹਨਾਂ ਲਿਖਿਆ ਕਿ ਮੈਂ ਖੁਦ ਨੂੰ ਸੁਭਾਗਾ ਮੰਨਦਾ ਹਾਂ ਜੋ ਮੈਨੂੰ ਗੁਰੂ ਜੀ ਦੇ ਚਰਨਾਂ ਵਿੱਚ ਆਨੰਦਮਈ ਸਮਾਂ ਬਿਤਾਉਣ ਦਾ ਮੌਕਾ ਮਿਲਿਆ। ਤਸਵੀਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੇ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ। ਲਗਾਤਾਰ ਕਿਸਾਨੀ ਸੰਘਰਸ਼ ਇੱਕ ਪਾਸੇ ਜਾਰੀ ਹੈ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਨਤਮਸਤਕ ਹੋ ਰਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੇ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਤਮਸਤਕ ਹੋਣ ਲਈ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਪਹੁੰਚੇ ਨੇ। ਤੁਹਾਨੂੰ ਦੱਸ ਦਿੰਦੇ ਆ, ਕਿਸਾਨੀ ਸੰਘਰਸ਼ ਲਗਾਤਾਰ ਇੱਕ ਪਾਸੇ ਜਾਰੀ ਹੈ ਤੇ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਤਸਵੀਰ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੇ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਨੇ। ਉਹਨਾਂ ਪੰਜਾਬੀ ਵਿੱਚ ਟਵੀਟ ਕਰਕੇ ਕਿਹਾ ਹੈ ਕਿ ਖੁਦ ਨੂੰ ਉਹ ਸੁਭਾਗਾ ਮੰਨਦੇ ਨੇ ਜੋ ਉਹਨਾਂ ਨੂੰ ਗੁਰੂ ਜੀ ਦੇ ਚਰਨਾਂ ਵਿੱਚ ਆਨੰਦਮਈ ਸਮਾਂ ਬਿਤਾਉਣ ਦਾ ਮੌਕਾ ਮਿਲਿਆ ਹੈ। ਉਹਨਾਂ ਕਿਹਾ ਕਿ ਇਹ ਮੇਰੇ ਮਾਣ ਵਾਲੀ ਗੱਲ ਹੈ, ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ ਸੀ, ਉਸੇ ਤਰ੍ਹਾਂ ਹੁਣ ਗੁਰੂ
ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਸੇਵਾ ਦਾ ਵੀ ਉਹਨਾਂ ਨੂੰ ਮੌਕਾ ਮਿਲਿਆ ਹੈ, ਉਹ ਹਿੱਸੇਦਾਰ ਬਣੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ ਤੇ। ਲਗਾਤਾਰ ਇੱਕ ਪਾਸੇ ਕਿਸਾਨੀ ਸੰਘਰਸ਼ ਜਾਰੀ ਹੈ ਤਾਂ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਵਿੱਚ ਨਤਮਸਤਕ ਹੋਣ ਲਈ ਪਹੁੰਚੇ ਨੇ। ਇੱਕ ਹੋਰ ਟਵੀਟ ਵੀ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ। लगातार किसानी संघर्ष जारी है तो प्रधान मंत्री नरेंद्र मोदी दूजे पासे गुरुद्वारा श्री रकाबगंज साहिब पहुंचे ने। अचानक पहुंचे प्रधानमंत्री नरेंद्र मोदी, किसी को इसकी जानकारी नहीं सीगी। प्रधानमंत्री नरेंद्र मोदी की तस्वीर तुसी स्क्रीन ते देख रहे हो। प्रधानमंत्री नरेंद्र मोदी गुरुद्वारा श्री रकाबगंज साहिब विच नतमस्तक होने लई पहुंचे ने। तस्वीरां तुसी लगातार देख रहे हो चक दे टीवी ते। एक पासे जिथे किसानी संघर्ष जारी है उत्थे दूजे पासे प्रधानमंत्री नरेंद्र मोदी की यह तस्वीर। पिछले काफी दिनों तो लगातार रैलियां राही ते लगातार समझाउण दी कोशिश जिहड़ी ओह खेती कानूनां नूं कीती जा रही सीगी, पर पंजाब सने देश के ਵੱਖ-ਵੱਖ ਹਿੱਸਿਆਂ ਤੋਂ किसान दिल्ली ਦੀਆਂ ਵੱਖ-ਵੱਖ सरहदां ਦੇ ਉੱਤੇ लगातार डटे हुए ने। किसानी अंदोलन जारी है तो दूजे पासे प्रधानमंत्री नरेंद्र मोदी की यह तस्वीर। गुरुद्वारा श्री रकाबगंज साहिब तो प्रधानमंत्री नरेंद्र मोदी नतमस्तक होने लिए पहुंचे, जिथे उन्होंने ਸਰੋਪਾ भी दिता गया। प्रधानमंत्री नरेंद्र मोदी के गल विच फुल्लां दा हार भी पाया गया है। गुरुद्वारा श्री रकाबगंज साहिब तो यह तस्वीरां ने। नरेंद्र मोदी गुरुद्वारा श्री रकाबगंज साहिब नतमस्तक होने लिए पहुंचे। खबर राजस्थान तो है, जिथे हनुमान बेनीपाल ने हुण खुल के किसानी संघर्ष नूं हिमायत करन दा मन बना लिया है। हनुमान ने ऐलान किया है कि उन्हां दी पार्टी नैशनल डेमोक्रेटिक पार्टी NDA नाल गठजोड़ तोड़न दा भी फैसला लै सकती है ते 2 लाख किसानां नाल वो राजस्थान तो दिल्ली वल नूं कूच करनगे। 2 ਲੱਖ किसानां नाल दिल्ली कूच करनगे ते NDA दा हिस्सा रहना है जां नहीं रहना है, ये तय किया जाएगा हनुमान बेनीपाल वल्लों। हनुमान बेनीपाल वड्डा नाम लगातार चर्चा दे विच है। राजस्थान दे विच हिमायत दिती है भारतीय जनता पार्टी नूं हनुमान बेनीपाल ने। NDA का हिस्सा ने हनुमान बेनीपाल की पार्टी नैशनल डेमोक्रेटिक पार्टी। उन्होंने वड्डा ऐलान किया है कि जेकर 3 खेती कानून केंद्र सरकार वापस नहीं लैंदी तो हनुमान बेनीपाल जिवें कि अपने वख-वख अहुदियां तो अस्तीफा दे चुके ने तां वो NDA का हिस्सा भी नहीं रहणगे। उन्होंने कहा कि NDA का हिस्सा रहना है या नहीं रहना है, इस बारे वो विचार करनगे। ते नाले सब तो वड्डी खबर यह है कि 2 ਲੱਖ किसानां नाल वो दिल्ली वाल नूं कूच करनगे राजस्थान तो। ये अपने आप विच एक वड्डी खबर है। इस नाल केंद्र सरकार नूं वड्डा झटका लग सकता है। तुहानूं दस दिंदे आ, हनुमान बेनीपाल जिन्हां दी पार्टी लगातार 3 खेती कानूनों का विरोध कर रही है ते 3 ਵੱਖ-ਵੱਖ अहुदियां तो अस्तीफा दे चुके ने हनुमान बेनीपाल। लगातार किसानी संघर्ष मजबूत हुंदा जाप रहा है। तुहानूं दस दिंदे आ, हनुमान बेनीपाल ने किसानी अंदोलन के समर्थन विच संसद दीआं 3 कमेटियां की मैंबरशिप तो अस्तीफा दिता सी। बेनीपाल ने अपना अस्तीफा लोक सभा स्पीकर ओम बिरला नूं भेजिया सी, जिस विच बेनीपाल ने संसद दी उद्योग पटीशन कमेटी अते पैट्रोलीयम अते गैस मंत्रालय की सलाहकार कमेटी तो अस्तीफा दे दिता सीगा, जिस तो बाद लगातार चर्चा विच रहे ने बेनीपाल ते हुण एक बार फिर चर्चा दे विच ने। बेनीपाल ने ऐलान किया है कि 2 ਲੱਖ किसानां दे नाल वो दिल्ली वल नूं कूच करनगे। किसानी संघर्ष लगातार जारी है। केंद्र सरकार नूं वड्डा झटका है। ਤੁਹਾਨੂੰ ਦੱਸ ਦਿੰਦੇ ਆ ਕਿ बेनीपाल केंद्र सरकार ਦੇ 3 खेती ਕਾਨੂੰਨਾਂ ਦਾ लगातार विरोध करते आ रहे हैं ਤੇ ਇਸ ਤੋਂ ਪਹਿਲਾਂ ਉਹਨਾਂ ਨੇ ਕਿਸਾਨਾਂ ਲਈ स्वामीनाथन कमीशन की रिपोर्ट लागू किए जाने की मांग की सी।
ਪਰ ਸ਼ਨੀਵਾਰ ਨੂੰ ਬੈਨੀਪਾਲ ਨੇ ਐਲਾਨ ਕੀਤਾ ਹੈ ਕਿ ਉਹ ਰਾਜਸਥਾਨ ਤੋਂ 2 ਲੱਖ ਕਿਸਾਨਾਂ ਦਾ ਮਾਰਚ ਕਰਨਗੇ ਤੇ ਦਿੱਲੀ ਵੱਲ ਨੂੰ ਕੂਚ ਕਰਨਗੇ। ਉਸੇ ਦਿਨ ਹੀ ਉਹ ਐਨਡੀਏ ਵਿੱਚ ਰਹਿਣਾ ਹੈ ਜਾਂ ਨਹੀਂ ਰਹਿਣਾ ਇਸ ਬਾਰੇ ਵੀ ਫੈਸਲਾ ਲੈਣਗੇ। ਬੈਨੀਪਾਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰੇ, ਨਹੀਂ ਤਾਂ ਉਹ ਐਨਡੀਏ ਦਾ ਸਮਰਥਨ ਛੱਡ ਸਕਦੇ ਨੇ। ਜੇਕਰ ਉਹ ਐਨਡੀਏ ਦਾ ਸਮਰਥਨ ਛੱਡਦੇ ਨੇ ਤਾਂ ਕੇਂਦਰ ਸਰਕਾਰ ਨੂੰ ਵੱਡਾ ਘਾਟਾ ਹੈ, ਕਿਉਂਕਿ ਇੱਕ ਪਾਸੇ ਜਿੱਥੇ ਲਗਾਤਾਰ ਵਿਰੋਧੀ ਤਿੱਖੇ ਵਾਰ ਕਰ ਰਹੇ ਨੇ ਕੇਂਦਰ ਸਰਕਾਰ ਤੇ ਇਹਨਾਂ 3 ਖੇਤੀ ਕਾਨੂੰਨਾਂ ਨੂੰ ਲੈ ਕੇ, ਲਗਾਤਾਰ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ਤੋਂ ਅੱਜ 5ਵੇਂ ਦਿਨ ਵੀ ਪ੍ਰਦਰਸ਼ਨ ਜਾਰੀ ਹੈ, ਤਾਂ ਦੂਜੇ ਪਾਸੇ ਜੇਕਰ ਐਨਡੀਏ ਦਾ ਹਿੱਸਾ ਰਹਿਣ ਵਾਲੀਆਂ ਪਾਰਟੀਆਂ ਹੀ ਇਸ ਦਾ ਵਿਰੋਧ ਕਰਦੀਆਂ ਨੇ ਤਾਂ ਵੱਡੀ ਮੁਸੀਬਤ ਕੇਂਦਰ ਸਰਕਾਰ ਲਈ ਖੜੀ ਹੋ ਸਕਦੀ ਹੈ। 2 ਲੱਖ ਕਿਸਾਨਾਂ ਦੇ ਨਾਲ ਦਿੱਲੀ ਵੱਲ ਨੂੰ ਕੂਚ ਕਰਨਗੇ। ਐਨਡੀਏ ਵਿੱਚ ਰਹਿਣਾ ਹੈ ਜਾਂ ਨਹੀਂ ਰਹਿਣਾ ਇਸ ਦਾ ਵੀ ਬੈਨੀਪਾਲ ਜਿਹੜਾ ਹੈ ਉਸੇ ਦਿਨ ਹੀ ਫੈਸਲਾ ਲੈਣਗੇ। ਤੁਹਾਨੂੰ ਦੱਸ ਦਿੰਦੇ ਹਾਂ, ਲਗਾਤਾਰ ਉਹ ਵਿਰੋਧ ਕਰ ਰਹੇ ਨੇ ਖੇਤੀ ਕਾਨੂੰਨਾਂ ਦਾ। ਆਰਐਲਪੀ ਪਾਰਟੀ ਜਿਹੜੀ ਉਹਨਾਂ ਦੀ ਲਗਾਤਾਰ ਇਸ ਦਾ ਵਿਰੋਧ ਕਰ ਰਹੀ ਹੈ, ਨੈਸ਼ਨਲ ਡੈਮੋਕ੍ਰੈਟਿਕ ਪਾਰਟੀ। ਉਧਰ ਸੋਸ਼ਲ ਮੀਡੀਆ ਤੇ ਕਿਸਾਨੀ ਸੰਘਰਸ਼ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸੋਸ਼ਲ ਮੀਡੀਆ ਤੇ ਦਿਲਜੀਤ ਦੋਸਾਂਝ ਤੇ ਕੰਗਨਾ ਰਣੌਤ ਵਿਚਕਾਰ ਪਾਇਲ ਰਸਤੋਗੀ ਨੇ ਵੀ ਸੋਸ਼ਲ ਮੀਡੀਆ ਤੇ ਲਾਈਵ ਹੋ ਦਿਲਜੀਤ ਦੋਸਾਂਝ ਲਈ ਭੱਦੀ ਸ਼ਬਦਾਵਲੀ ਵਰਤੀ ਤੇ ਗੌਰ ਤੱਕ ਕਹਿ ਦਿੱਤਾ। नमस्ते, मैं हूं पायल रोहतगी। मैं कुछ आगे बोलूं उसके पहले एक गोट का ऑडियो सुनते हैं, जिसने ये ऑडियो अपने वेरीफाइड ट्विटर अकाउंट से शेयर किया है, जो वेरीफाइड ट्विटर अकाउंट पे 4.6 मिलियन फॉलोअर्स है। तो लेट्स हियर एंड रिकॉग्नाइज कि मैं किस गोट की बात कर रही हूं। ਉਹ ਇੱਕ ਸਾਡਾ ਗੱਲ ਸ਼ੇਅਰ ਕਰਨੀ ਸੀ। ਮੈਂ 2-3 ਜਾਣੀਆਂ ਇਦਾਂ ਦੀਆਂ, ਉਹਨਾਂ ਨੂੰ ਸਵੇਰੇ ਤੇ ਸ਼ਾਮ ਮੇਰਾ ਨਾਮ ਨਾ ਲੈਣ ਤਾਂ ਹੁਣ ਰੋਟੀ ਨਹੀਂ ਹਜਮ ਹੋ ਰਹੀ। 2 ਗੋਲੀਆਂ ਜਿਵੇਂ ਸਵੇਰੇ ਤੇ 2 ਗੋਲੀਆਂ ਸ਼ਾਮ ਨੂੰ ਡਾਕਟਰ ਨਹੀਂ ਦੱਸਦਾ, ਮੈਨੂੰ ਲੱਗਦਾ 2-4 ਜਾਣੀਆਂ ਇਦਾਂ ਦੀਆਂ, ਉਹਨਾਂ ਨੂੰ ਮੇਰਾ ਨਾਮ ਇਦਾਂ ਲੱਗਾ ਹੋਇਆ ਵੀ ਜਦ ਤੱਕ ਉਹ ਨਾਮ ਨਾ ਲਿਖਣ ਨਾ ਲੈਣ ਉਹਨਾਂ ਨੂੰ ਬੁਲਾਦਾ ਰੋਟੀ ਨਹੀਂ ਹਜਮ ਹੋ ਰਹੀ। ਇੱਕ ਦੀ ਤਾਂ ਆਵਾਜ਼ ਹੀ ਬਹੁਤ ਭੈੜੀ ਹੈ, ਇੱਕ ਤਾਂ ਐਡੀ ਭੈੜੀ ਬੋਲਦੀ ਨਾ, ਆਏ ਹਾਏ। ਕੋਈ ਕਿਸੇ ਨੂੰ ਭਾਵ ਨਾ ਦਿਓ, ਭੌਂਕ ਕੇ ਹਟ ਜਾਣਗੀਆਂ ਟੌਂਜ ਹੋਰੇ ਵਾਲੇ। ओके, चलो बाय, टाटा। अच्छा, तो फर्स्ट ऑफ ऑल ये जो गोट है, ये गोट है दलजीत दोसा, और ये शायद हमें एड्रेस कर रहा है, मुझे और कंगना को। अब ये कह रहा है कि हम भौंकते हैं, तो एक्चुअली ही इज कॉलिंग अस फीमेल डॉग्स, दैट इज बिचेस। तो इसका मतलब कि सेक्युलर और फेमिनिस्ट का पोस्टर बॉय दिलजीत दोसा एक्चुअली औरतों को बिचेस कह रहा है, जिन औरतों से वो सहमति नहीं रखता। सो आज के बाद जब मैं किसी को बिच करके पुकारूंगी तो फेमिनिस्ट ये मत मेरे पे आरोप लगाना कि मैं उनको गाली दे रही हूं, क्योंकि आपकी ही कौम का, आपके ही ग्रुप का दलजीत दोसा मुझे या कंगना को कह रहा है कि हम भौंक रहे हैं। हम ऑब्वियसली फार्म बिल्स के ऊपर इंफॉर्मेशन शेयर कर रहे हैं पब्लिक डोमेन में। जो फार्म बिल किसानों के 70 साल के आंदोलन के बाद आज की तारीख में पूरा हुआ है, वो किसान जिनको एक समय संत लोंगोवाल ने भी लीड किया था, क्योंकि ये बिल फार्मर्स को चाहिए था। फार्मर्स के बहुत सारे आर्टिकल्स है जो व्हाट्सएप पर फॉरवर्ड हो रहे हैं, जहां पर फार्मर्स ने खुद मांग रखी थी कि कैसे वो कॉर्पोरेट्स को चाहते थे कि वो एग्रीकल्चर सेक्टर में आए, क्योंकि कॉर्पोरेट्स उनको सरकार के एमएसपी से ज्यादा भाव दे रहे थे उनकी फसल के लिए। मगर शायद ये व्हाट्सएप दलजीत दोसा के पास आया भी होगा तो भी उसने पढ़ा नहीं होगा, क्योंकि उसको तो कनाडा के यूट्यूब की इंटरव्यू समझ पड़ रही है, एक्चुअल इंग्लिश में लिखी हुई इंफॉर्मेशन समझ नहीं पड़ रही। उसने अभी तक फार्म बिल्स के 3 कानून पढ़े भी नहीं होंगे, चाहे कोई उसको कितना भी समझाए, क्योंकि जिसके दिमाग में भूसा भरा होगा वो कैसे समझेगा। सो दलजीत दोसा उफ गोट, जी हां, आज की तारीख में मैं उसे गोट बोलूंगी, बकरी, क्योंकि वो भैंस से भी गया गुजरा है। तो दलजीत दोसा, हमारे नाम को नहीं लेकर भी आप समझ रहे हैं कि हम आपको अटैक नहीं करेंगे, ऐसा पॉसिबल नहीं है, क्योंकि हम समझदार हैं, हमें पता है कि आप हमारी बात कर रहे हैं, इसलिए बिकॉज आप चाहते हैं कि हम आपको फिर से अटैक करें, क्योंकि आपकी गुड फॉर नथिंग लाइफ में और कुछ हो नहीं रहा है, और 1 करोड़ रुपए का जो दान आपने दिया है फार्मर्स को इन दिस सो कॉल्ड फार्मर्स प्रोटेस्ट, अपने आपको अच्छा आदमी साबित करने के लिए, क्या आपको टैक्स में रिबेट मिल गया? एटीजी के तहत
डेथ, क्योंकि जो लोग ये सब करते हैं ना दान पुण्य, उनको रिबेट मिलता है उनकी फाइलिंग के अंदर, इनकम टैक्स फाइलिंग के अंदर। तो कि 1 करोड़ के ऊपर आपको क्या टैक्स रिबेट मिल गया? क्योंकि अच्छे आदमी का जो टैग आपने लगाया ना, ऐसे अच्छे आदमी का टैग सोनू सूद ने भी लगाया है। उसने भी बहुत बोला कि मैंने ये किया, मैंने वो किया, मैंने फलाना किया, मैंने ठिकाना किया। तो ये जो ड्रामा आप लोग करते हो ना अच्छे आदमी बनने का, ये एक नकली ड्रामा होता है। क्योंकि जो अच्छा आदमी होता है ना वो सुशांत सिंह राजपूत जैसा होता है, जो केरला फ्लड्स, आसाम में डोनेशंस कर देता है मगर उसके ऊपर पीआर एक्टिविटी नहीं करता। आप जैसे लोग तो 1 करोड़ देते हैं और चाहते हैं कि 5 करोड़ की पब्लिसिटी आपको मिले और अच्छे आदमी का टैग मिले, और साथ साथ में फार्मर्स का इस्तेमाल करो अपनी कनाडा की फंडिंग के लिए। तो ये है आपका सच। और आपको कितनी पब्लिसिटी चाहिए यार? लाइफ में बहुत कुछ चीजें हो रही हैं, मुझे उन सब के ऊपर भी वीडियोस बनाने दो, मगर रोज आप कुछ ना कुछ बकवास करते हो और आपको इंपॉर्टेंस देनी पड़ती है और आपके ऊपर वीडियोस बनाने पड़ते हैं, और आपके जो नकली पेड ट्रोल्स है बैठ के मुझे गालियां देते हैं। शर्म नहीं आती? मगर कैसे शर्म आएगी? आप भी तो ऑब्वियसली वही सोच रखते हैं जो आपके पेड ट्रोल्स रखते हैं। वो बैठ के खुलकर गाली देते हैं, आप बैठ के हमको बिचेस बोलते हो। तो यही है आप लोगों की सच्चाई, एंड दैट इज व्हाई आई एम गोइंग टू बी एक्सपोजिंग यू अगेन इन दिस वीडियो। अब मुझे टारगेट मत करना, बिकॉज आई एम टायर्ड ऑफ मेकिंग वीडियोस ऑन यू। लाइफ में और भी बहुत इंपॉर्टेंट चीजें हैं देन टू टॉक अबाउट दलजीत दोसा, हु इज अ गोट। नमस्ते, जय हिंद। ਇਸ ਨੂੰ ਤੱਕ ਦੀਆਂ ਖਬਰਾਂ, ਤਾਜ਼ਤਰੀਨ ਖਬਰਾਂ ਲੈ ਕੇ ਫਿਰ ਮਿਲਾਂਗੇ। ਦੇਖਦੇ ਰਹੋ ਚੱਕਤੇ ਟੀਵੀ। ਸਤਿ ਸ੍ਰੀ ਅਕਾਲ।